ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਟੈਲੀਵਿਜ਼ਨ ਦੇ ਇਸ ਵਿਸ਼ੇਸ਼ ਪ੍ਰੋਗਰਾਮ ਕਲਗੀਧਰ ਪਾਤਸ਼ਾਹ ਦੇ ਸਿਖਰਲੇ 52 ਬਚਨ ਆਪ ਸਭ ਦੇ ਸਨਮੁਖ ਹੈ ਔਰ ਲੜੀਵਾਰ ਚੱਲ ਰਿਹਾ ਪ੍ਰੋਗਰਾਮ। ਲੜੀਵਾਰ ਚਲਦੇ ਚਲਦੇ ਆਪਾਂ 21ਵੇਂ ਬਚਨ ਤੇ ਪਹੁੰਚੇ ਹਾਂ। 21ਵਾਂ ਬਚਨ ਹੈ ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ। ਕਲਗੀਧਰ ਪਾਤਸ਼ਾਹ ਦੀ ਸਿੱਖ ਨੂੰ ਹਦਾਇਤ ਹੈ, ਉਹਨੇ ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ। ਪਰ ਜੇ ਕਿਤੇ ਮੈਂ ਦੁਨਿਆਵੀ ਤੌਰ ਤੇ ਭਾਵ ਅਰਥ ਦੇ ਤੌਰ ਦੇ ਉੱਤੇ ਇਹਨਾਂ ਤਿੰਨਾਂ ਸ਼ਬਦਾਂ ਨੂੰ ਜੋੜ ਕੇ ਦੇਖਾਂ ਤਾਂ ਈਰਖਾ ਹੋਵੇ, ਨਿੰਦਾ ਹੋਵੇ, ਚੁਗਲੀ ਹੋਵੇ, ਇਹ ਤਿੰਨੇ ਸ਼ਬਦ ਇੱਕ ਦੂਜੇ ਨਾਲ ਜੁੜੇ ਹੋਏ ਥੋੜ੍ਹੇ ਥੋੜ੍ਹੇ ਫਰਕ ਦੇ ਸ਼ਬਦ ਆ। ਭਾਵ ਅਰਥ ਇਹਨਾਂ ਦੇ ਤਕਰੀਬਨ ਇੱਕ ਦੂਜੇ ਦੇ ਨੇੜੇ ਚਲੇ ਜਾਂਦੇ ਨੇ। ਕਿਸੇ ਦੇ ਨਾਲ ਈਰਖਾ ਉਹੀ ਕਰੇਗਾ ਜਿਹੜਾ ਕਿਸੇ ਦੀ ਵਡਿਆਈ ਨਹੀਂ ਸਹਾਰ ਸਕਦਾ, ਕਿਸੇ ਦੀ ਸ਼ੋਭਾ ਨਹੀਂ ਸਹਾਰ ਸਕਦਾ, ਕਿਸੇ ਨੂੰ ਤਰੱਕੀ ਕਰਦਾ ਨਹੀਂ ਦੇਖ ਸਕਦਾ। ਕੋਈ ਮਨੁੱਖ ਤੁਹਾਡੇ ਤੋਂ ਅੱਗੇ ਲੰਘ ਹੈ, ਤੁਹਾਡੀ ਉਹਦੇ ਨਾਲ ਈਰਖਾ ਹੋ ਜਾਏਗੀ। ਔਰ ਜਿਹਦੇ ਨਾਲ ਤੁਹਾਡੀ ਈਰਖਾ ਹੋਏਗੀ, ਜਿਹਦੀ ਕਾਮਯਾਬੀ ਨਾਲ ਤੁਹਾਨੂੰ ਸਾੜਾ ਹੋਏਗਾ, ਜਿਹਦੀ ਪ੍ਰਾਪਤੀ ਤੋਂ ਤੁਸੀਂ ਦੁਖੀ ਹੋਵੋਗੇ। ਈਰਖਾ ਦਾ ਮਤਲਬ ਇਹ ਨਾ ਤੁਸੀਂ ਦੁਖੀ ਆ ਉੱਥੋਂ, ਉਹਦੀ ਪ੍ਰਾਪਤੀ ਦਾ ਸਾੜਾ ਹੈ, ਤੁਹਾਨੂੰ ਅੱਗ ਲੱਗੀ ਹੋਈ ਤੁਹਾਡੇ ਅੰਦਰ ਇੱਕ ਤਰ੍ਹਾਂ ਦੀ, ਕਿਸੇ ਨੇ ਪ੍ਰਾਪਤੀ ਕਰ ਲਈ ਹੈ ਤਾਂ। ਔਰ ਜਿਹਦੀ ਪ੍ਰਾਪਤੀ ਨਾਲ ਸਾੜਾ ਹੋਏਗਾ, ਦੁੱਖ ਹੋਏਗਾ, ਉਹਦੇ ਨਾਲ ਤੁਸੀਂ ਈਰਖਾ ਕਰੋਗੇ। ਔਰ ਜਿਹਦੀ ਨਾਲ ਈਰਖਾ ਕਰੋਗੇ ਫਿਰ ਉਹਦੀ ਬਦਖੋਈ ਕਰੋਗੇ, ਉਹਦੀ ਨਿੰਦਾ ਕਰੋਗੇ, ਉਹਨੂੰ ਨੁਕਸਾਨ ਪਹੁੰਚਾਉਣ ਦੇ ਲਈ ਫਿਰ ਉਹਦੀ ਚੁਗਲੀ ਵੀ ਕਰੋਗੇ, ਵਧਾ ਚੜਾ ਕੇ ਗੱਲਾਂ ਕਰੋਗੇ। ਨਿੰਦਾ ਵੀ ਕਿਸੇ ਦੇ ਔਗਣ ਨੂੰ ਵਧਾ ਕੇ ਦੱਸਣਾ, ਜਾਂ ਕਿਸੇ ਦਾ ਔਗਣ ਨਾ ਹੋਵੇ ਤੇ ਉਹਦਾ ਔਗਣ ਬਣਾ ਕੇ ਦੱਸਣਾ, ਇਹ ਜਾਣੀ ਕਿ ਵਾਧੂ ਚੀਜ਼ ਆਪਣੇ ਕੋਲ ਲਾ ਕੇ ਦੱਸਣੀ ਨਿੰਦਾ। ਕਿਸੇ ਦੀ ਬਦਖੋਈ ਕਰਨੀ ਨਿੰਦਾ। ਸੋ ਜਿਹਦੇ ਤੋਂ ਤੁਸੀਂ ਸੜਦੇ ਹੋ, ਜਿਹਦੀ ਕਾਮਯਾਬੀ ਤੋਂ ਤੁਸੀਂ ਖੁਸ਼ ਨਹੀਂ, ਜਿਹਦੀ ਸ਼ੋਭਾ ਤੁਹਾਨੂੰ ਚੰਗੀ ਨਹੀਂ ਲੱਗਦੀ, ਉਹਦੇ ਨਾਲ ਤੁਸੀਂ ਈਰਖਾ ਵੀ ਕਰਦੇ ਆ। ਉਹਦੇ ਨਾਲ ਈਰਖਾ ਕਰਦੇ ਆ ਸਰ ਕਿ ਤੁਸੀਂ ਉਹਦੀ ਨਿੰਦਾ ਵੀ ਕਰਦੇ ਆ ਤੇ ਉਹਨੂੰ ਨੁਕਸਾਨ ਪਹੁੰਚਾਉਣ ਲਈ ਉਹਦੀ ਚੁਗਲੀ ਵੀ ਕਰਦੇ ਆ, ਬਦਖੋਈ ਵੀ ਕਰਦੇ ਆ। ਤੇ ਸਤਿਗੁਰੂ ਨੇ ਆਖਿਆ ਕਿ ਮੇਰੇ ਸਿੱਖ ਨੇ ਕਿਸੇ ਦੀ ਨਿੰਦਾ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ। ਜੇ ਗੁਰਬਾਣੀ ਤੋਂ ਦੇਖੀਏ ਕਿਤੇ, ਕਿਉਂਕਿ ਕਲਗੀਧਰ ਪਾਤਸ਼ਾਹ ਦੇ ਜਿਤਨੇ ਵੀ ਬਚਨ ਨੇ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਰਿਲੇਟਡ ਨੇ, ਗੁਰਬਾਣੀ ਨਾਲ ਸੰਬੰਧਿਤ ਨੇ। ਪੂਰੇ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਿਧਾਂਤ ਹੈ ਉਹਦਾ ਸਾਰ ਅੰਸ਼ ਹੈ 52 ਬਚਨਾਂ ਦੇ ਵਿੱਚ। ਜੋ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਗੁਰੂ ਸਾਹਿਬ ਨੇ 10 ਜਮਾਂ ਸਿਖਾਇਆ, ਇਹਨਾਂ 52 ਬਚਨਾਂ 'ਚ ਉਹਦਾ ਸਾਰ ਅੰਸ਼ ਹੈ, ਸੰਖੇਪ ਹੈ। ਤੇ ਜੇ ਗੁਰਬਾਣੀ ਨੂੰ ਪੁੱਛੀਏ ਗੁਰਮਤਿ ਸਿਧਾਂਤਾਂ ਨਾਲ ਜੁੜ ਕੇ, ਈਰਖਾ ਬਾਰੇ, ਨਿੰਦਾ ਬਾਰੇ, ਚੁਗਲੀ ਬਾਰੇ, ਤਾਂ ਗੁਰਬਾਣੀ ਕਹਿੰਦੀ ਆ ਕਿ ਈਰਖਾ ਜਿਹੜੀ ਉਹ ਬਿਲਕੁਲ ਪਰਾਈ ਅੱਗ 'ਚ ਸੜਨ ਵਾਲੀ ਗੱਲ ਹੈ। ਤਰੱਕੀ ਕੋਈ ਕਰ ਰਿਹਾ, ਸ਼ੋਭਾ ਕਿਸੇ ਨੂੰ ਮਿਲ ਰਹੀ ਹੈ, ਕਾਮਯਾਬੀ ਕਿਸੇ ਨੂੰ ਮਿਲ ਰਹੀ ਹੈ, ਉਹਦੀ ਅੱਗ 'ਚ ਸੜੀ ਤੁਸੀਂ ਜਾਂਦੇ ਆ। ਆਪਣੇ ਅੰਦਰ ਆਪੇ ਹੀ ਅੱਗ ਬਾਲ ਕੇ ਤੁਹਾਡਾ ਨੁਕਸਾਨ ਵੀ ਕੋਈ ਨਹੀਂ ਹੋ ਰਿਹਾ। ਕਿਸੇ ਦਾ ਪੁੱਤ ਤਰੱਕੀ ਕਰ ਰਿਹਾ, ਕਿਸੇ ਦਾ ਭਰਾ ਤਰੱਕੀ ਕਰ ਰਿਹਾ, ਕੋਈ ਤਰੱਕੀ ਕਰ ਰਿਹਾ ਹੈ ਤੇ ਸਾੜਾ ਤੁਹਾਡੇ ਮਨ 'ਚ ਪੈਦਾ ਹੋਇਆ, ਅੱਗ ਤੁਹਾਡੇ ਅੰਦਰ ਲੱਗੀ ਹੋਈ ਹੈ, ਇਹਨੂੰ ਕਹਿੰਦੇ ਈਰਖਾ। ਅੰਦਰ ਅੰਦਰ ਅੱਗ ਦਾ ਲੱਗ ਜਾਣਾ। ਔਰ ਪਰਾਈ ਅੱਗ, ਉਹਦੀ ਤਰੱਕੀ ਕਰਨ ਤੁਹਾਡਾ ਨੁਕਸਾਨ ਕੋਈ ਨਹੀਂ, ਤੁਸੀਂ ਵੀ ਕਰੋ। ਚੰਗੀ ਤਾਂ ਗੱਲ ਹੈ, ਰੀਸ ਕਰੋ, ਤੁਸੀਂ ਵੀ ਕਰ ਲਓ। ਕਿਸੇ ਦੀ ਸ਼ੋਭਾ ਹੋਈ ਹੈ, ਤੁਸੀਂ ਸ਼ੋਭਾ ਸੁਣ ਹੀ ਨਹੀਂ ਸਕਦੇ, ਦੁੱਖ ਲੱਗ ਜਾਂਦਾ, ਤੁਹਾਨੂੰ ਅੰਦਰ ਸਾੜਾ ਲੱਗ ਜਾਂਦਾ ਹੈ, ਅੰਦਰ ਅੱਗ ਲੱਗ ਜਾਂਦੀ ਕਿਸੇ ਦੀ ਸ਼ੋਭਾ ਸੁਣ ਕੇ। ਇਹ ਹੈ ਈਰਖਾ। ਤੇ ਜਦੋਂ ਈਰਖਾ ਹੈ, ਸਤਿਗੁਰੂ ਨੇ ਇਹਨੂੰ ਪਰਾਈ ਅੱਗ ਕਿਹਾ, ਤਾਤ ਪਰਾਈ ਅੱਗ ਸੜਨ ਵਾਲੀ ਗੱਲ ਕਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 308 ਤੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਵਚਨ ਹੈ। ਉਹ ਕਹਿੰਦੇ ਫਿਰ ਜਿਹਦੇ ਅੰਦਰ ਅੱਗ ਪਰਾਈ ਹੋਵੇ ਨਾ, ਜਿਸ ਅੰਦਰ ਤਾਤ ਪਰਾਈ ਹੋਵੇ, ਤਾਤ ਅੱਗ, ਜਿਹਦੇ ਅੰਦਰ ਪਰਾਈ ਅੱਗ ਹੋਵੇ, ਏਦਾਂ ਜਿਹਨੂੰ ਈਰਖਾ ਹੋਵੇ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ।
ਤਿਸ ਦਾ ਕਦੇ ਨਾ ਹੋ ਵੀ ਭਲਾ, ਉਹਦਾ ਕਦੀ ਭਲਾ ਨਹੀਂ ਜੇ ਹੁੰਦਾ। ਪਰਾਈ ਅੱਗ 'ਚ ਸੜਨ ਵਾਲਿਆਂ ਦਾ, ਕਿਸੇ ਦੀ ਕਾਮਯਾਬੀ ਨਾ ਦੇਖਣ ਵਾਲਿਆਂ ਦਾ, ਕਿਸੇ ਦੀ ਸੋਭਾ ਨਾ ਦੇਖਣ ਵਾਲਿਆਂ ਦਾ, ਕਿ ਸੋਭਾ ਤਾਂ ਆਇਆ ਜਿੱਕ ਦੀ ਸੋਭਾ ਤੋਂ ਦੁਖੀ ਹੋ ਤੇ ਆਦਤ ਬਣ ਗਈ ਕੱਲ ਨੂੰ ਦੂਜੀ ਦੀ ਸੋਭਾ ਤੋਂ ਦੁਖੀ ਹੋਵੋਗੇ। ਸੋਭਾ ਕਿਸੇ ਦੀ, ਕਾਮਯਾਬੀ ਕਿਸੇ ਦੀ, ਪ੍ਰਾਪਤੀ ਕਿਸੇ ਦੀ, ਸਾਲਾ ਤੁਹਾਨੂੰ ਤੁਸੀਂ ਪਰਾਈ ਅੱਗ ਦੇ ਵਿੱਚ ਸੜ ਰਹੇ ਹੋ। ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਨੇ ਤਿਸ ਦਾ ਕਦੇ ਨਾ ਹੋ ਵੀ ਭਲਾ, ਉਹਦਾ ਕਦੀ ਭਲਾ ਨਹੀਂ ਹੋਣਾ। ਫਿਰ ਉਹਦਾ ਕਦੀ ਭਲਾ ਹੋ ਹੀ ਨਹੀਂ ਸਕਦਾ ਜਿਹੜਾ ਬਗਾਨੀ ਅੱਗ ਸੜੀ ਜਾਂਦਾ। ਆਪਣੀ ਅੱਗ ਦਾ ਬੁਝਾਰ ਹੈਗਾ ਬੰਦਾ, ਪਰ ਜਿਹੜਾ ਪਰਾਈ ਅੱਗ 'ਚ ਹੀ ਸੜੀ ਜਾਂਦਾ, ਸਾੜੇ ਦੀ ਅੱਗ 'ਚ ਸੜੀ ਜਾਂਦਾ, ਈਰਖਾ ਦੀ ਅੱਗ ਸੜੀ ਜਾਂਦਾ, ਉਹਦਾ ਭਲਾ ਕਿੱਦਾਂ ਹੋਏਗਾ? ਉਹਦਾ ਭਲਾ ਨਹੀਂ ਹੋ ਸਕਦਾ। ਪੰਜਵੇਂ ਪਾਤਸ਼ਾਹ ਨੇ ਬਿਲਕੁਲ ਇਹਦੀ ਪੁਸ਼ਟੀ ਕੀਤੀ ਇਸ ਗੱਲ ਦੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਹੈ 741 ਅੰਗ ਹੈ, ਸੂਹੀ ਰਾਗ ਹੈ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਿ ਮਨੁੱਖ ਦੀ ਅਧੋਗਤੀ ਦਾ ਕਾਰਨ ਪਤਾ ਕੀ ਹੈ? ਸਵਾਦ, ਬਾਦ, ਈਰਖ, ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਕਹਿੰਦੇ ਮਨੁੱਖ ਸਵਾਦ ਦੇ ਵਿੱਚ, ਬਾਦ ਦੇ ਵਿੱਚ, ਬਾਦ ਵਿਵਾਦ ਦੇ ਵਿੱਚ, ਫਜ਼ੂਲ ਦੀਆਂ ਬਹਿਸਾਂ ਦੇ ਵਿੱਚ, ਸਵਾਦ, ਬਾਦ, ਈਰਖ ਤੇ ਈਰਖਾ ਦੇ ਵਿੱਚ, ਪਰਾਈ ਅੱਗ ਦੇ ਵਿੱਚ, ਮਦ ਮਾਇਆ ਤੇ ਆਪਣੇ ਮਾਇਆ ਦੇ, ਆਪਣੇ ਸਰਮਾਏ ਦੇ ਮਦ ਦੇ ਵਿੱਚ, ਨਸ਼ੇ ਦੇ ਵਿੱਚ। ਚਾਰ ਚੀਜ਼ਾਂ ਹੋਈਆਂ, ਸਵਾਦ ਦੇ ਵਿੱਚ, ਬਾਦ ਦੇ ਵਿੱਚ, ਮੈਂ ਵੱਡਾ, ਆਪਣੇ ਆਪਣੇ ਵਾਦ ਵਿਵਾਦ ਦੇ ਵਿੱਚ, ਉਸ ਵਿਵਾਦ ਦੇ ਵਿੱਚ, ਇਸ ਵਿਵਾਦ ਦੇ ਵਿੱਚ, ਸਵਾਦ, ਬਾਦ, ਈਰਖ, ਮਦ ਮਾਇਆ, ਈਰਖਾ ਤੇ ਆਪਣੇ ਜਿਹੜਾ ਸਰਮਾਇਆ ਹੈ, ਉਹਦੀ ਜਿਹੜੇ ਸਾਧਨ ਨੇ ਉਹਦੇ ਕੋਲ, ਜੋ ਪ੍ਰਾਪਤੀਆਂ ਨੇ ਉਹਦੀਆਂ, ਉਹਦੇ ਨਸ਼ੇ ਦੇ ਵਿੱਚ। ਇਹ ਗੱਲ ਇੱਥੇ ਸਮਝਣ ਵਾਲੀ ਗੱਲ ਹੈ। ਮਨੁੱਖ ਜਿਹੜਾ ਹੈ, ਜਿਹੜਾ ਗੁਰਮਤ ਨਾਲ ਨਹੀਂ ਜੁੜਿਆ ਹੋਇਆ, ਜਿਹੜਾ ਗੁਰਮਤ ਨੂੰ ਨਹੀਂ ਸਮਝਦਾ, ਜਿਹੜਾ ਗੁਰੂ ਦੀ ਬਖਸ਼ਿਸ਼ ਦਾ ਪਾਤਰ ਨਹੀਂ ਬਣਿਆ, ਉਹ ਦੋਨੇ ਬੰਦੇ ਮਰਦਾ ਹੈ। ਜੇ ਕਿਸੇ ਦੀ ਕਾਮਯਾਬੀ ਹੋ ਗਈ, ਉਹਨੇ ਉਹਦੇ ਨਾਲ ਈਰਖਾ ਕਰਨੀ ਹੈ, ਪਰਾਈ ਅੱਗ ਦੇ ਵਿੱਚ ਸੜ ਜਾਣਾ ਹੈ। ਤੇ ਜੇ ਕਿਤੇ ਉਹਨੂੰ ਕਾਮਯਾਬੀ ਮਿਲ ਗਈ ਨਾ, ਤੇ ਫਿਰ ਉਹਨੇ ਆਕੜਿਆ ਫਿਰਨਾ ਹੈ, ਮਦ ਮਾਇਆ ਹੋ ਜਾਣੀ ਹੈ। ਉਹਨੇ ਆਪਣੀਆਂ ਪ੍ਰਾਪਤੀਆਂ ਦੇ ਨਸ਼ੇ ਦੇ ਵਿੱਚ ਹੀ ਆਕੜੇ ਫਿਰਨਾ ਹੈ, ਤਾਂ ਵੀ ਮਰਨਾ ਹੈ। ਸੋ ਦੋਨੇ ਗੱਲਾਂ ਸਤਿਗੁਰੂ ਨੇ ਵਰਜੀਆਂ ਨੇ। ਗੁਰੂ ਅਰਜਨ ਦੇਵ ਦੇ ਇਸ ਵਾਕ ਦੀ ਗੱਲ ਕਹਿੰਦੇ, ਸਵਾਦ, ਬਾਦ, ਈਰਖ, ਮਦ ਮਾਇਆ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਮਨੁੱਖ ਚਾਰ ਗੱਲਾਂ ਦੇ ਪਿੱਛੇ ਲੱਗ ਕੇ ਸਾਰਾ ਜਨਮ ਗਵਾ ਲੈਂਦਾ। ਕਹਿੰਦੇ ਸਵਾਦਾਂ ਦੇ ਵਿੱਚ ਪੈ ਕੇ, ਉਹ ਸਵਾਦ ਗਿਆਨ ਇੰਦਰੀਆਂ ਦੇ, ਬੇਸ਼ੱਕ ਉਹ ਜੀਭ ਦਾ ਸਵਾਦ ਹੈ ਤੇ ਬੇਸ਼ੱਕ ਉਹ ਕਾਮ ਦਾ ਸਵਾਦ ਹੈ। ਸਵਾਦ, ਬਾਦ ਤੇ ਵਾਦ ਵਿਵਾਦ 'ਚ ਪੈ ਕੇ, ਆਪਣੇ ਆਪ ਨੂੰ ਵੱਡਾ ਦੱਸਣ ਦੇ ਲਈ, ਆਪਣੇ ਆਪ ਨੂੰ ਉੱਚਾ ਦੱਸਣ ਦੇ ਲਈ, ਇਹਨਾਂ ਵਾਦਾਂ 'ਚ ਹੀ ਪੈ ਕੇ, ਵਾਦ ਵਿਵਾਦ 'ਚ ਪੈ ਕੇ, ਸਵਾਦ, ਬਾਦ, ਦੋ ਗੱਲਾਂ। ਈਰਖ, ਪਰਾਈ ਅੱਗ ਜਿਹੜੀ ਆ, ਕਿਸੇ ਦੀ ਦੂਜੇ ਦੀ ਕਾਮਯਾਬੀ ਤੋਂ ਸਾੜੇ ਵਿੱਚ ਆ ਕੇ, ਤੇ ਮਦ ਮਾਇਆ ਤੇ ਆਪਣੀ ਕਾਮਯਾਬੀ ਜਿਹੜੀ ਆ, ਆਪਣੇ ਕੋਲ ਕੋਈ ਸਰਮਾਇਆ ਆ ਗਿਆ, ਆਪਣੇ ਕੋਲ ਕਾਮਯਾਬੀ ਹੈਗੀ, ਉਹਦੇ ਨਸ਼ੇ ਵਿੱਚ ਆ ਕੇ, ਆਪਣੀ ਕਾਮਯਾਬੀ ਦਾ ਨਸ਼ਾ, ਦੂਜੇ ਦੀ ਕਾਮਯਾਬੀ ਦਾ ਸਾੜਾ, ਔਰ ਸਵਾਦ ਤੇ ਬਾਦ, ਇਹਨਾਂ ਗੱਲਾਂ 'ਚ ਪੈ ਕੇ, ਇਨ ਸੰਗ ਲਾਗ ਰਤਨ ਜਨਮ ਗਵਾਇਆ। ਮਨੁੱਖ ਆਪਣਾ ਜਨਮ ਗਵਾ ਲੈਂਦਾ ਬਸ ਚਾਰਾਂ ਚੀਜ਼ਾਂ ਦੇ ਵਿੱਚ। ਔਰ ਕਿਤੇ ਆਲੇ ਦੁਆਲੇ ਨਿਗਾਹ ਮਾਰ ਕੇ ਦੇਖਿਓ, ਵੱਡੇ ਵੱਡੇ ਧਰਮਾਤਮਾ ਕਹਾਉਣ ਵਾਲੇ, ਵੱਡੇ ਵੱਡੇ ਚੋਲਿਆਂ ਵਾਲੇ, ਵੱਡੇ ਵੱਡੇ ਕੌਮ ਲਈ ਕੰਮ ਕਰਨ ਵਾਲੇ, ਜਿਹੜੇ ਕਹਿੰਦੇ ਆਪਣੇ ਆਪ ਨੂੰ, ਉਹਨਾਂ ਗੱਲਾਂ 'ਚ ਗੁਲਤਾਨ ਹੋਣਗੇ। ਈਰਖਾ ਤੋਂ ਛੁਟਕਾਰਾ ਨਹੀਂ, ਬਾਦ ਵਿਵਾਦ ਤੋਂ ਛੁਟਕਾਰਾ ਨਹੀਂ, ਈਰਖਾ ਦੇ ਵਿੱਚੋਂ ਵਾਦ ਵਿਵਾਦ ਪੈਦਾ ਹੋ ਜਾਂਦਾ ਹੈ। ਸਵਾਦ, ਬਾਦ, ਈਰਖਾ ਤੋਂ ਛੁਟਕਾਰਾ ਨਹੀਂ, ਤੇ ਮਦ ਮਾਇਆ, ਆਪਣੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਵਧਾ ਕੇ ਦੱਸਣਾ, ਉਹਦੇ ਨਸ਼ੇ ਤੋਂ ਛੁਟਕਾਰਾ ਨਹੀਂ। ਇਨ ਸੰਗ ਲਾਗ ਰਤਨ ਜਨਮ ਗਵਾਇਆ। ਇਹਨਾਂ ਨਾਲ ਲੱਗ ਕੇ ਰਤਨਾਂ ਵਰਗਾ ਜਨਮ ਗਵਾ ਲੈਂਦੇ ਨੇ। ਸਤਿਗੁਰੂ ਚੇਤਾਵਨੀ ਦਿੰਦੇ ਨੇ। ਇਸੇ ਕਰਕੇ ਸਤਿਗੁਰੂ ਨੇ ਆਖਿਆ ਹੈ ਕਿ ਕੋਈ ਜਨਮ ਗਵਾਜਦਾ, ਇਹਦੇ ਨਾਲ ਤੁਹਾਡਾ ਜਨਮ ਦਾ ਜਿਹੜਾ ਮਨੋਰਥ ਖਤਮ ਹੋ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਦਾ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਕਿ ਕਿਸੇ ਦੀ ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ। ਜੀ ਈਰਖਾ ਨਹੀਂ ਕਰੋਗੇ, ਨਾ ਨਿੰਦਾ ਕਰੋਗੇ, ਨਾ ਚੁਗਲੀ ਕਰੋਗੇ, ਉਹਦੇ 'ਚੋਂ ਪੈਦਾ ਹੁੰਦਾ ਸਾਰਾ ਕੁਛ। ਆਪਣੇ ਆਪ ਨੂੰ ਵੱਡਾ ਦਰਸਾਉਣ 'ਚ, ਦੂਜੇ ਨੂੰ ਨੀਵਾਂ ਦਰਸਾਉਣ 'ਚ, ਮਦ ਮਾਇਆ ਦੇ ਵਿੱਚ, ਆਪਣੀਆਂ ਪ੍ਰਾਪਤੀਆਂ ਵੱਡੀਆਂ, ਮੈਂ ਬੜਾ ਸੇਵਾਦਾਰ, ਇਹ ਗੱਲਾਂ ਦੱਸਣ ਦੇ ਵਿੱਚ, ਦੂਜੇ ਨੂੰ ਨੀਵਾਂ ਦਿਖਾਉਣਾ ਹੈ। ਕਿਸੇ ਦੀ ਕਾਮਯਾਬੀ ਪ੍ਰਤੀ ਸਾੜਾ, ਆਪਣੀ ਕਾਮਯਾਬੀ ਦਾ ਨਸ਼ਾ, ਇਹ ਦੋਨੇ ਗੱਲਾਂ ਮਾੜੀਆਂ। ਔਰ ਕਲਗੀਧਰ ਪਾਤਸ਼ਾਹ ਨੇ ਇਸੇ ਕਰਕੇ ਬਚਨ ਕਰ ਦਿੱਤਾ ਹੋਇਆ, ਨਿੰਦਾ, ਚੁਗਲੀ, ਈਰਖਾ ਸਿੱਖ ਨੇ ਨਹੀਂ ਕਰਨੀ, ਮੂਲੋਂ ਹੀ ਨਹੀਂ ਕਰਨੀ।
ਸ਼੍ਰੀ ਗੁਰੂ ਨਾਨਕ ਦੇਵ ਜੀ ਤਾਂ ਹੁਣ ਜਪਜੀ ਨੂੰ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਾਰ ਅੰਸ਼ ਕਹਿੰਦੇ ਹਾਂ। ਜੋ ਕੁਛ ਜਪਜੀ 'ਚ ਹੈ ਉਹਦੀ ਵਿਆਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਤੇ ਜਪਜੀ ਦੀ ਇੱਕੋ ਹੀ ਪੰਕਤੀ ਦੇ ਵਿੱਚ ਸਤਿਗੁਰੂ ਨੇ ਨਿਰਣਾ ਦੇ ਦਿੱਤਾ, ਅਸੰਖ ਨਿੰਦਕ ਸਿਰ ਕਰੇ ਭਾਰ, ਕਿ ਅਸੰਖ ਅਨੇਕਾਂ ਅਣਗਿਣਤ ਨੇ ਨਿੰਦਕ ਇਸ ਸੰਸਾਰ ਦੇ ਵਿੱਚ। ਸਪਸ਼ਟ ਹੁਕਮਾਂ ਦੇ ਹੁੰਦੇ ਪਤਾ ਮਾੜੀ ਚੀਜ਼ ਹੈ। ਅਸੰਖ ਨਿੰਦਕ ਸਿਰ ਕਰੇ ਭਾਰ, ਆਪਣੇ ਸਿਰ ਤੇ ਦੂਜਿਆਂ ਦਾ ਭਾਰ ਚੱਕ ਕੇ ਤੁਰੀ ਫਿਰਦੇ, ਬਗਾਨਾ ਭਾਰ ਚੱਕ ਕੇ ਤੁਰੀ ਫਿਰਦੇ ਆ। ਇਹ ਭਾਰ ਹੈ ਕੀ ਆ? ਇਹਦੇ ਬਾਰੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਗੱਲ ਕੀਤੀ, ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਗੱਲ ਕੀਤੀ। ਆਪਾਂ ਦੋਵਾਂ ਪਾਤਸ਼ਾਹ ਦੀ ਗੱਲ ਕਰ ਲੈਂਦੇ ਹਾਂ। ਗੁਰੂ ਨਾਨਕ ਦੀ ਗੱਲ ਕਰਕੇ ਹਟੇ ਆ। ਭਾਰ, ਅਸੰਖ ਨਿੰਦਕ ਸਿਰ ਕਰੇ ਭਾਰ, ਇਹ ਭਾਰ ਕਿੰਨਾ ਕੁ ਖਤਰਨਾਕ ਹੈ ਇਹ ਭਾਰ। ਇਹਦੇ ਬਾਰੇ ਜਿਹੜੀ ਗੱਲ ਕਰਦਿਆਂ ਅਸ਼ਟਪਦੀਆਂ ਦੇ ਵਿੱਚ, ਮਾਝ ਰਾਗ ਦੀਆਂ ਅਸ਼ਟਪਦੀਆਂ 'ਚ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਕਹਿੰਦੇ ਨੇ, ਮਾਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਜ਼ਦੂਰੀ ਭਾਰ ਪੁਚਾਵਨਿਆ। ਕਿ ਜਿਹੜੇ ਗੁਰਮੁਖ ਨਹੀਂ ਨਾ, ਜਿਹੜੇ ਗੁਰੂ ਦੇ ਬਚਨਾਂ ਤੇ ਨਹੀਂ ਚੱਲਦੇ, ਗੁਰੂ ਦੇ ਬਚਨਾਂ ਨੂੰ ਨਹੀਂ ਸਮਝਦੇ, ਮਨਮੁਖ ਅੰਧੇ ਸੁਧ ਨਾ ਕਾਈ, ਉਹਨਾਂ ਨੂੰ ਉਹ ਤਾਂ ਅੰਨੇ ਨੇ, ਇੱਡੇ ਅੰਨੇ ਨੇ ਕਿ ਉਹਨਾਂ ਨੂੰ ਕਿਸੇ ਗੱਲ ਦੀ ਸੁੱਧ ਹੀ ਨਹੀਂ ਕਿ ਕਰ ਕੀ ਰਹੇ ਨੇ, ਆਪਣਾ ਭਗਵਾ ਰਹੇ ਨੇ। ਕੀ ਕਰ ਰਹੇ ਨੇ? ਆਤਮ ਘਾਤੀ ਜਗਤ ਕਸਾਈ, ਆਤਮ ਘਾਤ ਕਰ ਰਹੇ ਨੇ, ਆਪਣੇ ਆਪ ਨੂੰ ਆਪ ਮਾਰ ਰਹੇ ਨੇ। ਕਸਾਈ ਨੇ, ਆਪਣੇ ਆਪ ਦੇ ਆਪ ਕਸਾਈ ਬਣੇ ਹੋਏ ਨੇ, ਆਪਣੀ ਆਤਮਾ ਨੂੰ ਆਪ ਮਾਰ ਰਹੇ ਨੇ। ਆਤਮ ਘਾਤੀ, ਆਪਣੀ ਆਤਮਾ ਦਾ ਆਪ ਘਾਣ ਕਰ ਰਹੇ ਨੇ ਔਰ ਕਸਾਈ ਬਣ ਰਹੇ ਨੇ, ਆਪਣੀ ਆਤਮਾ ਦੇ ਕਸਾਈ ਬਣ ਰਹੇ ਨੇ। ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਘਾਤੀ ਹੈ ਜਗਤ ਕਸਾਈ। ਕਿੱਦਾਂ ਜਗਤ ਕਸਾਈ ਹੈ? ਕਹਿੰਦੇ ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਦੂਜਿਆਂ ਦੀ ਨਿੰਦਾ ਕਰਕੇ ਬਹੁਤ ਭਾਰ ਚੱਕ ਲੈਂਦੇ ਨੇ, ਭਾਰ ਏਡਾ ਚੱਕ ਲੈਂਦੇ ਨੇ ਜਿੱਡੀ ਵਿੱਤ ਨਹੀਂ, ਤੇ ਬਿਨਾਂ ਮਜ਼ਦੂਰੀ, ਕੋਈ ਮਜ਼ਦੂਰੀ ਵੀ ਨਹੀਂ ਲੈਂਦੇ, ਕੋਈ ਫਾਇਦਾ ਵੀ ਨਹੀਂ ਉਹਨਾਂ ਨੂੰ। ਬਿਨ ਮਜ਼ਦੂਰੀ ਭਾਰ ਪਚਾਵਣਿਆ, ਤੇ ਭਾਰ ਚੱਕ ਕੇ ਅਗਲੇ ਦਾ ਭਾਰ ਹੌਲਾ ਕਰ ਦਿੰਦੇ ਨੇ, ਆਪ ਚੱਕ ਕੇ ਤੁਰੇ ਫਿਰਦੇ ਨੇ, ਤੇ ਇੱਦਾਂ ਆਪ ਆਵਾਗਮਨਾਂ ਦੇ ਚੱਕਰਾਂ 'ਚ ਪੈਂਦੇ ਨੇ, ਮਰਦੇ ਨੇ, ਭਾਰ ਚੱਕ ਕੇ ਮਰਦੇ ਨੇ। ਪਰ ਇਸੇ ਗੱਲ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਥੋੜ੍ਹਾ ਹੋਰ ਸਪਸ਼ਟ ਕੀਤਾ ਹੈ। ਗੁਰੂ ਨਾਨਕ ਸਾਹਿਬ ਨੇ ਜਪਜੀ 'ਚ ਇੱਕ ਪੰਕਤੀ ਕਹੀ, ਗੁਰੂ ਅਮਰਦਾਸ ਜੀ ਦੀ 3-4 ਪੰਕਤੀਆਂ 'ਚ ਵਿਆਖਿਆ ਕਰ ਦਿੱਤੀ, ਗੁਰੂ ਗ੍ਰੰਥ ਸਾਹਿਬ ਦੀ ਹੋਰ ਬਾਣੀ 'ਚ ਵੀ ਵਿਆਖਿਆ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤਾਂ ਭਾਰ ਹੈ ਕੀ ਤੇ ਕਿੱਦਾਂ ਦਾ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਇਸ ਗੱਲ ਦੀ ਵਿਆਖਿਆ ਕੀਤੀ ਹੈ। ਨਿੰਦਕ ਦੀ ਗੱਲ ਕਰਦਿਆਂ ਹੋਇਆ ਉਹਦਾ ਹਸ਼ਰ ਕਿੱਦਾਂ ਦਾ ਹੁੰਦਾ ਹੈ। ਇੱਥੇ ਦੱਸਦਾ ਹਸ਼ਰ ਮਾੜਾ ਹੁੰਦਾ, ਕਿੱਦਾਂ ਦਾ ਹੁੰਦਾ ਹੈ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਅੜੜਾਵੇ ਬੜੜਾਵੇ ਬਿਲਲਾਵੇ ਨਿੰਦਕ, ਅਰੜਾਵੇ ਬਿਲਲਾਵੇ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਪਾਵੈ ਨਿੰਦਕ। ਜਿਹੜਾ ਨਿੰਦਕ ਹੁੰਦਾ ਏ ਉਹ ਤਾਂ ਫਿਰ ਅਬਲੀਆਂ ਜਬਲੀਆਂ ਮਾਰਦਾ ਹੈ। ਅਰੜਾਵੇ ਬਿਲਲਾਵੇ ਨਿੰਦਕ, ਰੋਂਦਾ ਕੁਰਲਾਉਂਦਾ, ਦੁਖੀ ਹੈ। ਪਾਰ ਬ੍ਰਹਮ ਪਰਮੇਸ਼ਰ ਬਿਸਰਿਆ, ਆਪਣਾ ਕੀਤਾ ਪਾਵੇ ਨਿੰਦਕ। ਉਸ ਪਾਰ ਬ੍ਰਹਮ ਪਰਮੇਸ਼ਰ ਤੋਂ ਜਿਹੜਾ ਸੁੱਖਾਂ ਦਾ ਸੋਮਾ ਹੈ ਉਹਦੇ ਤੋਂ ਵਿਛੜ ਜਾਂਦਾ ਹੈ, ਦੁੱਖਾਂ ਵਿੱਚ ਗੁਲਤਾਨ ਹੁੰਦਾ ਹੈ, ਪਰ ਆਪਣਾ ਕੀਤਾ ਪਾ ਰਿਹਾ ਹੈ, ਕਿਉਂਕਿ ਪਰਾਈ ਅੱਗ ਦੇ ਵਿੱਚ ਸੜ ਰਿਹਾ ਸੀ। ਤੇ ਭਾਰ ਚੱਕਣ ਦੀ ਗੱਲ ਗੁਰੂ ਨਾਨਕ ਨੇ ਕਹੀ ਸੀ ਨਾ, ਅਸੰਖ ਜਿਹੜੇ ਨੇ ਅਸੰਖ ਨਿੰਦਕ ਸਿਰ ਕਰੇ ਭਾਰ, ਆਪਣੇ ਸਿਰ ਤੇ ਭਾਰ ਕਰ ਰਹੇ ਨੇ। ਤੇ ਇੱਥੇ ਬਿਲਕੁਲ ਗੁਰੂ ਅਰਜਨ ਦੇਵ ਸਪਸ਼ਟ ਕਰਦੇ, ਭਾਰ ਕਹਿੰਦੇ ਕਿਹੋ ਜਿਹਾ ਹੈ? ਜੇ ਕੋਈ ਉਸਕਾ ਸੰਗੀ ਹੋਵੇ ਨਾਲੇ ਲੈ ਸੁਧਾਵੇ। ਜੇ ਨਿੰਦਕ ਦਾ ਕੋਈ ਸਾਥੀ ਹੋਵੇ ਜਿਹਨੂੰ ਨਿੰਦਾ ਸੁਣਾਉਂਦਾ ਹੈ ਕਿਸੇ ਦੀ, ਜਿਹੜਾ ਉਹਦਾ ਸਾਥ ਦਿੰਦਾ ਹੈ, ਇਕੱਲਾ ਨਿੰਦਕ ਹੀ ਨਹੀਂ, ਉਹਦਾ ਸਾਥ ਦੇਣ ਵਾਲਾ, ਉਹਦੀ ਨਿੰਦਾ ਸੁਣਨ ਵਾਲਾ, ਉਹਦੀ ਚੁਗਲੀ ਸੁਣਨ ਵਾਲਾ ਵੀ ਓਡਾ ਹੀ ਦੋਸ਼ੀ ਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ, ਅਣਹੋਂਦਾ ਭਾਰ ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵਹਿ। ਅਣਹੋਂਦਾ ਅਜਗਰ ਭਾਰ ਉਠਾਏ। ਗੁਰੂ ਨਾਨਕ ਸਾਹਿਬ ਨੇ ਭਾਰ ਉਠਾਉਣ ਦੀ ਗੱਲ ਕੀਤੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਰ ਪਤਾ ਕਿਹੋ ਜਿਹਾ? ਅਜਗਰ ਹੁੰਦਾ ਉਹ ਸੱਪ, ਉਹ ਜੰਗਲ ਦੇ ਵਿੱਚ ਰਹਿਣ ਵਾਲਾ ਸੱਪ, ਉਹ ਵੱਡਾ ਸੱਪ ਜਿਹੜਾ ਪੂਰੇ ਬੱਕਰੇ ਨੂੰ, ਅਜਗਰ ਨੂੰ ਖਾ ਜਾਣ ਵਾਲਾ, ਜਿਹੜਾ ਅਜਗਰ ਨੂੰ ਪੂਰੇ ਬੱਕਰੇ ਨੂੰ ਨਿਕਲ ਜਾਣ ਵਾਲਾ ਐਡਾ ਵੱਡਾ ਸੱਪ, ਉਹਨੂੰ ਅਜਗਰ ਕਿਹਾ ਗਿਆ। ਸੱਪ ਹੈ, ਸੱਪ ਦੀ ਜੋਨੀ ਹੈ, ਪਰ ਸੱਪ ਦੀ ਕਿਹੋ ਜਿਹੀ ਕਿਸਮ ਜਿਹੜੀ ਪੂਰੇ ਬੱਕਰੇ ਨੂੰ ਨਿਕਲ ਜਾਂਦੀ ਹੈ, ਆਪਣੇ ਅੰਦਰ ਪੂਰਾ ਨਿਕਲ ਜਾਂਦੀ ਹੈ। ਐਡਾ ਵੱਡਾ ਅਜਗਰ, ਐਡਾ ਵੱਡਾ ਭਾਰਾ ਜਿਹੜਾ ਸੱਪ ਹੈ, ਅਜਗਰ ਹੈ, ਜਿਹੜਾ ਬੱਕਰੇ ਪੂਰੇ ਨੂੰ ਖਾ ਜਾਣ ਵਾਲਾ, ਆਪਣੇ ਅੰਦਰ ਪੂਰਾ ਸਾਬਤ ਨਿਕਲ ਜਾਣ ਵਾਲਾ ਬੱਕਰੇ ਨੂੰ, ਐਡਾ ਵੱਡਾ ਸੱਪ ਹੈ ਅਜਗਰ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਕਿ ਜਿਹੜਾ ਨਿੰਦਕ ਹੈ ਨਾ,
ਉਹ ਭਾਰ ਤਾਂ ਚੱਕ ਹੀ ਰਿਹਾ, ਪਰ ਭਾਰ ਪਤਾ ਕਿਹੜਾ ਹੈ? ਅਣਹੋਂਦਾ ਅਜਗਰ ਦਿਸਦਾ ਨਹੀਂ, ਪਰ ਉਹਨੇ ਚੱਕਿਆ ਹੋਇਆ ਅਜਗਰ ਆ ਭਾਰ। ਬਹੁਤ ਭਾਰਾ ਹੈ, ਐਡਾ ਭਾਰਾ ਉਹ ਸੱਪ ਹੈ ਕਿ ਉਹ ਪੂਰੇ ਬੱਕਰੇ ਨੂੰ ਨਿਕਲਣ ਵਾਲਾ ਸੱਪ ਹੈ। ਅਜਗਰ ਨਾ ਹੀ ਉਸਦਾ, ਜਿਹੜਾ ਪੂਰੇ ਬੱਕਰੇ ਨੂੰ ਨਿਕਲ ਜਾਂਦਾ ਸੱਪ, ਐਡਾ ਭਾਰਾ ਹੈ। ਉਹਨੂੰ ਚੱਕ ਲਿਆ ਹੈ, ਪਰ ਹੈ ਵੀ ਉਹ ਸੱਪ। ਉਹ ਨਾਲ ਤੁਸੀਂ ਚੱਕ ਕੇ ਤੁਰੇ ਜਾਂਦੇ, ਨਾਲ ਤੁਹਾਨੂੰ ਡੰਗ ਮਾਰੀ ਜਾਂਦਾ ਹੈ। ਉਹ ਨਾਲ ਤੁਹਾਨੂੰ ਡੰਗ ਵੀ ਮਾਰੀ ਜਾਂਦਾ ਹੈ। ਤੁਸੀਂ ਭਾਰ ਵੀ ਚੱਕਿਆ ਹੋਇਆ, ਉਹਦਾ ਡੰਗ ਵੀ ਸਹਿ ਰਹੇ ਆ। ਨਿੰਦਕ ਦੀ ਐਡੀ ਬੜੀ ਅਵਸਥਾ ਕਹੀ ਹੈ, ਜਿਹੜਾ ਕਿਸੇ ਦੀ ਨਿੰਦਾ ਕਰਦਾ ਹੈ। ਅਣਹੋਂਦਾ ਅਜਗਰ ਭਾਰ ਉਠਾਏ, ਨਿੰਦਕ ਅਗਨੀ ਮਾਹੇ ਜਲਾਵੇ। ਪਰਾਈ ਅੱਗ ਦੇ ਵਿੱਚ ਸੜ ਰਿਹਾ ਨਿੰਦਕ, ਕਿਸੇ ਦੀ ਕਾਮਯਾਬੀ ਤੋਂ ਦੁਖੀ ਹੋ ਸੜ ਰਿਹਾ ਹੈ। ਤੇ ਅਵਸਥਾ ਉਹਦੀ ਨਿੰਦਾ ਕਰ ਕਰਕੇ, ਈਰਖਾ ਕਰ ਕਰਕੇ, ਚੁਗਲੀ ਕਰ ਕਰਕੇ ਇਹੋ ਜਿਹੀ ਬਣ ਗਈ ਆ ਕਿ ਉਹਨੇ ਭਾਰ ਚੱਕਿਆ ਹੋਇਆ, ਤੇ ਭਾਰ ਵੀ ਕੋਈ ਸਧਾਰਨ ਭਾਰ ਨਹੀਂ, ਅਜਗਰ ਦਾ ਭਾਰ ਹੈ। ਅਣਹੋਂਦਾ ਅਜਗਰ, ਜਿਹੜਾ ਹੈ ਵੀ ਨਹੀਂ ਪਰ ਹੈ ਅਜਗਰ ਦਾ ਭਾਰ ਚੱਕਿਆ ਹੋਇਆ ਉਹਨੇ, ਦਿਸਦਾ ਨਹੀਂ, ਪਰ ਉਹ ਭਾਰ ਵੀ ਜ਼ਿਆਦਾ ਚੱਕਿਆ ਹੋਇਆ, ਬੇਸ਼ੱਕ ਦਿਸਦਾ ਨਹੀਂ, ਪਰ ਨਾਲ ਉਹਦੇ ਡੰਗ ਵੀ ਖਾ ਰਿਹਾ ਹੈਗਾ। ਗੁਰੂ ਅਰਜਨ ਦੇਵ ਨੇ ਸਖਤ ਸ਼ਬਦ ਕਿਉਂ ਕਰਾ ਹੈ? ਕਿ ਸਤਿਗੁਰੂ ਜਾਣਦੇ ਨੇ ਕਿ ਨਿੰਦਕ ਦੀ ਦਵਾਈ ਕੋਈ ਨਹੀਂ। ਹਉਮੈ ਵੱਡਾ ਰੋਗ ਹੈ, ਪਰ ਉਹਦੀ ਦਵਾਈ ਹੈ। ਸਤਿਗੁਰੂ ਨੇ ਉਹਦੀ ਦਵਾਈ ਦੱਸ ਦਿੱਤੀ ਹਉਮੈ ਦੀ। ਸਤਿਗੁਰੂ ਗੁਰਬਾਣੀ ਅੰਦਰ ਕਹਿੰਦੇ ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਜ਼ਰੂਰ ਹੈ ਹਉਮੈ, ਪਰ ਦਾਰੂ ਪੀਏ ਸਮਾਹੇ ਦੀ ਦਵਾਈ ਇਹਦੇ ਵਿੱਚ ਹੀ ਆ। ਹਉਮੈ ਨੂੰ ਜਦੋਂ ਸਵੈਮਾਨ ਬਣਾ ਲਓਗੇ ਤਾਂ ਉਹ ਤੁਹਾਡੀ ਦਵਾਈ ਬਣ ਜਾਏਗੀ। ਹਉਮੈ ਨੂੰ ਜਦੋਂ ਤੁਸੀਂ ਸਵੈਮਾਨ ਬਣਾ ਲਓਗੇ ਤਾਂ ਤੁਹਾਡੀ ਦਵਾਈ ਬਣ ਜਾਏਗੀ, ਉਹਦੇ ਤੁਸੀਂ ਚੰਗੇ ਕੰਮ ਕਰਨ ਲੱਗ ਪਓਗੇ। ਹਉਮੈ ਦੀਰਘ ਰੋਗ ਹੈ, ਵੱਡਾ ਰੋਗ ਹੈ, ਪਰ ਉਹਦੀ ਦਵਾਈ ਦਾਰੂ ਪੀਏ ਸਮਾਏ ਉਹਦੇ ਵਿੱਚ ਉਹਦੀ ਦਵਾਈ ਹੈ। ਪਰ ਨਾਲ ਸਤਿਗੁਰੂ ਕਹਿੰਦੇ ਨੇ ਕਿ ਨਿੰਦਾ ਬੇਸ਼ੱਕ ਛੋਟਾ ਰੋਗ ਦੇਖਣ ਨੂੰ ਲੱਗਦਾ ਹੈ, ਪਰ ਅਵਖਦ ਸਭੇ ਕੀਤੀਆਂ ਨਿੰਦਕ ਦਾ ਦਾਰੂ ਨਾ ਹੈ। ਨਿੰਦਾ ਦਾ ਕੋਈ ਦਾਰੂ ਹੈ ਨਹੀਂ, ਨਿੰਦਕ ਦਾ ਕੋਈ ਦਾਰੂ ਹੈ ਹੀ ਨਹੀਂ, ਉਹਦੀ ਕੋਈ ਦਵਾਈ ਹੈ ਹੀ ਨਹੀਂ। ਉਹ ਅਸਾਧ ਰੋਗ ਬਣ ਗਿਆ। ਇੱਦਾਂ ਸਮਝੀਏ ਕੈਂਸਰ ਵੱਡਾ ਰੋਗ ਹੈ, ਪਰ ਉਹਦੀ ਦਵਾਈ ਹੈ, ਬੰਦਾ ਠੀਕ ਹੋ ਸਕਦਾ ਹੈ। ਤਾਂ ਜਿਹੜਾ ਇਹਨਾਂ ਦਾ ਕਰੋਨਾ ਚੱਲਿਆ, ਜਦੋਂ ਨਹੀਂ ਸੀ ਦਵਾਈ ਹੈਗੀ, ਛੋਟਾ ਰੋਗ ਹੈ, ਫਲੂ ਹੀ ਹੈ ਇੱਕ ਤਰ੍ਹਾਂ ਦਾ, ਪਰ ਬੰਦੇ ਨੂੰ ਛੱਡਦਾ ਨਹੀਂ, ਮਾਰ ਕੇ ਲੈ ਜਾਂਦਾ ਹੈ। ਬਿਲਕੁਲ ਇੱਦਾਂ ਗੱਲ ਸਮਝਣ ਦੀ ਕੋਸ਼ਿਸ਼ ਕਰੀਏ। ਹਉਮੈ ਵੱਡਾ ਰੋਗ ਹੈ, ਪਰ ਉਹਦੀ ਦਵਾਈ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸਮਾਏ, ਉਹਦੀ ਦਵਾਈ ਹੈ। ਪਰ ਅਵਖਦ ਸਭੇ ਕੀਤੀਆਂ ਦਵਾਈਆਂ ਸਾਰੀਆਂ ਕਰਕੇ ਦੇਖ ਲਿਆ, ਨਿੰਦਕ ਦਾ ਦਾਰੂ ਨਾ ਹੈ, ਨਿੰਦਕ ਦਾ ਦਾਰੂ ਹੈ ਨਹੀਂ। ਸਤਿਗੁਰੂ ਨੇ ਇਸੇ ਕਰਕੇ ਸਤਿਗੁਰੂ ਨਿੰਦਾ ਤੋਂ ਰੋਕਦੇ ਨੇ ਕਿ ਨਿੰਦਾ ਐਡਾ ਵੱਡਾ ਪਾਪ ਹੈ। ਤੁਸੀਂ ਭਾਰ ਚੱਕਿਆ ਤੇ ਭਾਰ ਵੀ ਅਜਗਰ ਦਾ ਚੱਕਿਆ, ਇੱਕ ਤਾਂ ਵੱਡਾ ਹੈ, ਭਾਰਾ ਹੈ, ਉਹ ਚੱਕ ਲਿਆ ਉੱਤੇ, ਪਰ ਨਾਲ ਡੰਗ ਵੀ ਮਾਰੀ ਜਾਂਦਾ। ਤੁਸੀਂ ਤੁਹਾਨੂੰ ਤੁਰਦਿਆਂ ਨੂੰ ਡੰਗ ਮਾਰਦਾ, ਬੈਠਦਿਆਂ ਨੂੰ ਡੰਗ ਮਾਰਦਾ, ਸੁੱਤਿਆਂ ਨੂੰ ਡੰਗ ਮਾਰਦਾ। ਤੁਹਾਡੇ ਅੰਦਰ ਦੂਜੇ ਦੀ ਕਾਮਯਾਬੀ ਦੀ ਅੱਗ ਬਲ ਰਹੀ ਹੈ, ਉਹ ਵੀ ਸਾੜੀ ਜਾਂਦੀ ਹੈ ਤੁਹਾਨੂੰ। ਐਡਾ ਵੱਡਾ ਰੋਗ, ਐਡਾ ਵੱਡਾ ਰੋਗ। ਸੋ ਸਤਿਗੁਰੂ ਇਸ ਰੋਗ ਤੋਂ ਸਿੱਖ ਨੂੰ ਬਚਾਉਣਾ ਚਾਹੁੰਦੇ ਨੇ ਕਿ ਸਿੱਖ ਨੇ ਕਿਸੇ ਦੀ ਨਿੰਦਾ ਨਹੀਂ ਕਰਨੀ, ਚੁਗਲੀ ਨਹੀਂ ਕਰਨੀ, ਕਿਸੇ ਨਾਲ ਈਰਖਾ ਨਹੀਂ ਕਰਨੀ। ਤੇ ਆਪਣੇ ਆਲੇ ਦੁਆਲੇ ਜਰਾ ਨਿਗਾਹ ਮਾਰ ਕੇ ਦੇਖੀ ਅੱਜ ਦੇ ਸਮੇਂ 'ਚ ਕਲਗੀਧਰ ਦੇ ਇਸ ਬਚਨ ਨਾਲ ਜੁੜ ਕੇ ਕਿੰਨੇ ਸਿੱਖ ਤੁਹਾਨੂੰ ਦਿਸਣਗੇ ਨਿੰਦਾ, ਚੁਗਲੀ ਤੇ ਈਰਖਾ ਤੋਂ ਬਚੇ ਹੋਏ। ਉਹ ਸਾਡੇ ਤਾਂ ਪ੍ਰਚਾਰਕ ਹੀ ਨਹੀਂ ਬਚੇ। ਸਾਡੇ ਤਾਂ ਪ੍ਰਚਾਰਕ ਸਟੇਜਾਂ 'ਤੇ ਬੈਠ ਕੇ ਨਿੰਦਾ ਚੁਗਲੀ ਕਰੀ ਜਾਂਦੇ, ਈਰਖਾ ਕਰੀ ਜਾਂਦੇ ਆ। ਸਾਡੇ ਪ੍ਰਚਾਰਕ ਤਾਂ ਸਿੱਖ ਨੇ ਸਿੱਖ ਦੀ ਤਾਂ ਕਰਨੀ ਕਰਨੀ ਹੈ। ਸਾਡੇ ਪ੍ਰਚਾਰਕ ਤਾਂ ਗੁਰੂ ਦੀ ਨਿੰਦਾ ਤੱਕ ਆ ਗਏ। ਆਪਣੇ ਆਪ ਨੂੰ ਵੱਡਾ, ਆਪ ਨਹੀਂ ਬਦਲਣਾ, ਗੁਰੂ ਨੂੰ ਬਦਲ ਦਿਓ। ਸੋ ਕਲਗੀਧਰ ਦੇ ਇਸ ਬਚਨ ਦੀ ਜਿਹੜੀ ਸੱਚਾਈ ਨੂੰ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੀਏ। ਕਲਗੀਧਰ ਦੇ ਇਸ ਬਚਨ ਦੀ ਥੋੜ੍ਹੀ ਜਿਹੜੀ ਗੰਭੀਰਤਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਨਿੰਦਾ ਐਡਾ ਵੱਡਾ ਰੋਗ ਹੈ, ਇਹਦਾ ਦਾਰੂ ਕੋਈ ਨਹੀਂ। ਇਸ ਕਰਕੇ ਤੋਂ ਬਚ ਕੇ ਰਹਿਣਾ, ਪਰਹੇਜ਼ ਹੀ ਕਰਨਾ ਹੈ ਕਿ ਕਿਸੇ ਨਾਲ ਈਰਖਾ ਨਹੀਂ ਕਰਨੀ। ਈਰਖਾ ਨਹੀਂ ਕਰੋਗੇ ਤਾਂ ਨਿੰਦਾ ਫੁਰੇਗੀ ਨਹੀਂ, ਚੁਗਲੀ ਫੁਰੇਗੀ ਨਹੀਂ, ਕਿਉਂ ਈਰਖਾ ਦੇ ਵਿੱਚੋਂ ਪੈਦਾ ਹੋਣੀ ਹੈ। ਸੋ ਸਿੱਖ ਨੂੰ ਹੁਕਮ ਹੈ, ਸਿੱਖ ਨੇ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ, ਕਿਸੇ ਨੇ ਈਰਖਾ ਨਹੀਂ ਕਰਨੀ। ਈਰਖਾ ਕਰੋਗੇ ਤੇ ਫਿਰ ਉੱਤੇ ਨਿੰਦਾ ਚੁਗਲੀ ਵੀ ਨਿਕਲੇਗੀ। ਔਰ ਬਾਰ-ਬਾਰ ਜਿਹੜੀ ਹੁਕਮਨਾਮਾ ਦੇ ਵਿੱਚ ਗੱਲ ਕਹੀ, ਇੱਕ ਗੱਲ ਸਤਿਗੁਰੂ ਨੇ ਬਾਣੀ ਅੰਦਰ ਹੋਰ ਕਹਿ ਦਿੱਤੀ ਹੈ। ਸਤਿਗੁਰੂ ਦਾ ਹੁਕਮ ਹੈ ਕਿ ਨਿੰਦਾ ਭਲੀ ਕਿਸੇ ਦੀ ਨਾ ਕੀ ਨਾਹੀਂ, ਮਨਮੁਖ ਮੁਗਧ ਕਰਨ। ਕਿ ਤੁਸੀਂ ਕਹਿ ਦਿੰਦੇ ਫਲਾਣੇ ਦੀ ਕਰ ਦਿੱਤੀ, ਮੈਂ ਫਲਾਣੇ ਦੀ ਨਹੀਂ ਕੀਤੀ, ਫਲਾਣੇ ਦੀ ਕਰਤੀ, ਮੈਂ ਫਲਾਣੇ ਦੀ ਕਰ ਦਿੱਤੀ। ਸਿੱਖ ਨੂੰ ਤਾਂ ਕਹਿ ਤੂੰ ਦੇਖ ਕੇ ਅਣਡਿੱਠ ਕਰਨਾ। ਅਰਦਾਸ 'ਚ ਰੋਜ਼ ਆਪਾਂ ਕਹਿੰਦੇ ਆ। ਤੇ ਜੇ ਤੁਸੀਂ ਨਿੰਦਾ ਹੀ ਕਰਨ ਲੱਗ ਪਏ, ਕਿਸੇ ਦੇ ਔਗਣ ਹੀ ਫੋਲਣ ਲੱਗ ਪਏ, ਕਿਸੇ ਦਾ ਗੰਦ ਹੀ ਫੋਲਣ ਲੱਗ ਪਏ, ਕਿਸੇ ਦੇ ਔਗਣ ਫੋਲਣੇ, ਉਹ ਤਾਂ ਗੰਦ ਫੋਲਣ ਵਾਲੀ ਗੱਲ ਹੈ ਨਾ। ਤੇ ਜੇ ਕਿਸੇ ਦਾ ਗੰਦ ਹੀ ਫੋਲਣ ਲੱਗ ਪਿਆ, ਕਿਸੇ ਦਾ ਔਗਣ ਹੀ ਫੋਲਣ ਲੱਗ ਪਿਆ, ਤੇ ਫਿਰ ਦੇਖ ਕੇ ਅਣਡਿੱਠ ਕਰਨ ਵਾਲੀ ਗੱਲ ਕਿੱਥੇ ਰਹਿ ਗਈ?
ਚੰਗਾ ਆਪਦੇ ਲੋ ਕਰਦੇ, ਚੰਗਾ ਅਸੀਂ ਚੰਗਾ ਕਰ ਰਹੇ ਹਾਂ ਜੀ, ਅਸੀਂ ਤਾਂ ਕਿਸੇ ਦੇ ਔਗਣ ਦੱਸ ਰਹੇ ਹਾਂ। ਭਾਈ ਤੁਸੀਂ ਕਿਸੇ ਦਾ ਗੰਦ ਫੋੜ ਰਹੇ ਆ, ਕਿਸੇ ਦਾ ਗੰਦ ਫੋੜ ਕੇ ਪੜ੍ਹਾ ਸਾਪ ਲੈ ਰਹੇ ਆ। ਔਰ ਜਦੋਂ ਇਹ ਹੈ ਈਰਖਾ ਨਿੰਦਾ, ਕਿਸੇ ਨਿੰਦਾ ਚੁਗਲੀ, ਇਹ ਹੈ ਕਿਸੇ ਦਾ ਗੰਦ ਫੋੜਨਾ, ਕਿਸੇ ਦਾ ਔਗਣ ਫੋੜਨ ਵਾਲੀ ਗੱਲ, ਤੇ ਫਿਰ ਦੇਖ ਕੇ ਅਣਡਿੱਠ ਕਰਨ ਵਾਲੀ ਗੱਲ ਕਿੱਥੇ ਰਹੀ ਹੈ? ਰਾਸ਼ ਰੋਜ਼ ਮੰਗਦੇ ਆ ਦੇਖ ਕੇ ਅਣਡਿੱਠ ਕਰਨਾ। ਸੋ ਸਤਿਗੁਰ ਕਹਿੰਦੇ ਨੇ ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਦੀ ਵੀ ਭਲੀ ਨਹੀਂ। ਮਨਮੁਖ ਮੁਗਧ ਕਰਨ, ਉਹ ਮੂਰਖ ਨੇ, ਉਹ ਮਨਮੁਖ ਨੇ, ਮੂਰਖਾਂ ਦੇ ਸਿਰ ਮੂਰਖ ਨੇ। ਮੁਗਧ ਜਿਹੜੇ ਮੂਰਖਾਂ ਤੋਂ ਵੀ ਮੂਰਖ ਹੋਣ। ਮਨਮੁਖ ਮੁਗਧ ਕਰਨ, ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਘੋਰ ਪਵਨ। ਉਹਨਾਂ ਨਿੰਦਕਾਂ ਦੇ ਮੂੰਹ ਕਾਲੇ ਹੁੰਦੇ ਨੇ, ਨਰਕੇ ਘੋਰ ਪਵਨ। ਜਿਹਦੀ ਨਿੰਦਾ ਕਰਦੇ ਨੇ ਉਹ ਤਾਂ ਸ਼ਾਇਦ ਬਚ ਜਾਵੇ, ਪਰ ਇਹਨਾਂ ਨੇ ਘੋਰ ਨਰਕਾਂ ਦੇ ਵਿੱਚ ਪੈਣਾ ਹੀ ਹੁੰਦਾ ਹੈ। ਮੂੰਹ ਕਾਲੇ ਤੇ ਨਾ ਨਿੰਦਕਾਂ, ਨਰਕੇ ਘੋਰ ਪਵਨ। ਚੌਥੇ ਪਾਤਸ਼ਾਹ ਨੇ ਵੀ ਨਿੰਦਕ ਬਾਰੇ ਬਿਲਕੁਲ ਇੱਦਾਂ ਦੇ ਸ਼ਬਦ ਆਖਰੇ, ਕਹਿੰਦੇ ਨਿੰਦਕ ਨਿੰਦਾ ਕਰ ਮਲ ਧੋਵੇ। ਨਿੰਦਕ ਨਿੰਦਾ ਕਰਕੇ ਦੂਜੇ ਦੀ ਮਲ ਧੋਂਦਾ ਹੈ, ਦੂਜੇ ਦਾ ਗੰਦ ਧੋਂਦਾ ਹੈ, ਦੂਜੇ ਦੀ ਮੈਲ ਧੋਂਦਾ ਹੈ। ਨਿੰਦਕ ਨਿੰਦਾ ਕਰ ਮਲ ਧੋਵੇ, ਉਹ ਮਲ ਭਖ ਮਾਇਆ ਧਾਰੀ, ਉਹ ਗੰਦ ਖਾਣ ਵਾਲਾ ਮਾਇਆ ਧਾਰੀ ਹੈ। ਮਲ ਭਖ, ਉਹ ਮਲ ਖਾਣ ਵਾਲਾ, ਗੰਦ ਖਾਣ ਵਾਲਾ। ਮਲ ਭਖ ਮਾਇਆ ਧਾਰੀ, ਉਹ ਗੰਦ ਖਾਣ ਵਾਲਾ ਮਾਇਆ ਧਾਰੀ ਹੈ ਨਿੰਦਕ। ਸੋ ਇੰਨੇ ਸਖਤ ਸ਼ਬਦਾਂ ਦੇ ਨਾਲ ਸਤਿਗੁਰ ਨੇ ਰੋਕਿਆ। ਤੇ ਜੇ ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਕੋਲੋਂ ਪੁੱਛ ਲਈਏ, ਉਹ ਕਹਿੰਦੇ ਜਨਮ ਜਨਮ ਕੀ ਮਲ ਧੋਵੇ ਪਰਾਈ, ਆਪਣਾ ਕੀਤਾ ਪਾਵੈ, ਇਹਾਂ ਸੁਖ ਨਹੀਂ ਦਰਗਹਿ ਢੋਈ, ਜੰਪੁਰ ਜਾਹੇ ਪਚਾਵੇ, ਨਿੰਦਕ ਅਹਲਾ ਜਨਮ ਗਵਾਇਆ, ਪਹੁੰਚ ਨਾ ਸਾਕੇ ਕਾਹੂ ਬਾਤੇ, ਆਗੇ ਠੌਰ ਨਾ ਪਾਇਆ। ਨਿੰਦਕ ਨੇ ਕਹਿੰਦੇ ਆਪਣਾ ਜਿਹੜਾ ਕੀਮਤੀ ਜਨਮ ਸੀ ਗਵਾ ਲਿਆ। ਅਹਲਾ ਕੀਮਤੀ ਜਨਮ ਵੀ ਗਵਾ ਲਿਆ। ਜਨਮ ਜਨਮ ਕੀ ਮਲ ਧੋਵੇ ਪਰਾਈ, ਦੂਜਿਆਂ ਦੀ ਜਨਮ ਜਨਮ ਦੀ ਮਲ ਧੋ ਦਿੱਤੀ ਆ। ਇਹਾਂ ਸੁੱਖ ਨਹੀਂ, ਪਰ ਉਹਦੇ ਵੱਟੇ ਇਹਾਂ ਸੁੱਖ ਨਹੀਂ ਦਰਗਹਿ ਢਾਈ। ਉਹਨੂੰ ਨਾ ਇੱਥੇ ਸੁੱਖ ਮਿਲਣਾ, ਨਾ ਦਰਗਹਿ 'ਚ ਢੋਈ ਮਿਲਣੀ ਆ। ਜੰਪੁਰ ਜਾਏ ਪਚਾਵੇ, ਜਮਾਂ ਦੇ ਕੋਲ ਜਾ ਕੇ ਮਾਰ ਖਾਣੀ ਪੈਣੀ ਆ। ਸੋ ਨਿੰਦਾ ਇੰਨੀ ਮਾੜੀ ਗੱਲ ਹੈ। ਤੁਸੀਂ ਜਿਹਦੀ ਨਿੰਦਾ ਕਰਦੇ ਹੋ ਉਹਨੂੰ ਤਾਂ ਫਾਇਦਾ ਦੇ ਰਿਹਾ, ਉਹਦਾ ਤਾਂ ਤੁਸੀਂ ਨਾਮ ਜਪਣ ਵਾਲੀ ਗੱਲ ਕਰ ਰਹੇ ਆ, ਪਰ ਆਪਣਾ ਤੁਸੀਂ ਸਾਰਾ ਕੁਛ ਵਿਗਾੜ ਰਹੇ ਆ। ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ ਦੀ ਇੱਕ ਕਥਾ ਹੈ ਕਿ ਕਿਤੇ ਜਾ ਰਿਹਾ ਸੀ ਯਾਤਰਾ ਵੱਲ ਨੂੰ, ਮਦੀਨੇ ਤੋਂ ਮੱਕੇ ਵੱਲ ਨੂੰ ਆ ਰਿਹਾ ਸੀ ਸ਼ਾਇਦ, ਤੇ ਇੱਕ ਉਹਨਾਂ ਦੇ ਰਿਸ਼ਤੇਦਾਰੀ 'ਚੋਂ ਇੱਕ ਬੱਚੇ ਨੇ ਕੁਰਾਨ ਦਾ ਪਾਠ ਵੀ ਕੀਤਾ, ਸਵੇਰੇ ਉੱਠ ਕੇ ਫਜਰ ਦੀ ਨਮਾਜ਼ ਵੀ ਪੜ੍ਹ ਲਈ ਤੇ ਬਾਕੀ ਸੁੱਤੇ ਰਹੇ। ਹਜ਼ਰਤ ਮੁਹੰਮਦ ਸਾਹਿਬ ਬੈਠੇ ਨੇ ਡੋਲ ਰੱਬੀ ਉਸਤਤ ਦੇ ਵਿੱਚ, ਤੇ ਨਮਾਜ਼ ਕਰਕੇ ਬਾਅਦ 'ਚ ਕਹਿਣ ਲੱਗਾ, ਜਦੋਂ ਨਮਾਜ਼ ਕਰ ਲਈ ਸੀ, ਦੇਖੋ ਕਿੱਦਾਂ ਸੁੱਤੇ ਪਏ ਨੇ, ਨਾ ਹੀ ਨਹੀਂ ਲਿਆ, ਫਜਰ ਦੀ ਨਮਾਜ਼ ਹੀ ਨਹੀਂ ਪੜ੍ਹੀ ਟਾਈਮ ਸਿਰ। ਤੇ ਹਜ਼ਰਤ ਮੁਹੰਮਦ ਸਾਹਿਬ ਨੇ ਉਹਨੂੰ ਰੋਕ ਕੇ ਅੱਗ ਲਈ ਆਖ ਦਿੱਤੀ, ਏਦੂ ਚੰਗਾ ਸੀ ਤੂੰ ਨਮਾਜ਼ ਨਾ ਕਰਦਾ। ਜੇ ਦੂਜੇ ਦਾ ਕਸੂਰ ਹੀ ਦੇਖਣਾ ਸੀ, ਜੇ ਇਹੀ ਦੇਖਣਾ ਸੀ ਮੈਂ ਨਮਾਜ਼ ਕਰ ਲਈ ਦੂਜੇ ਨੇ ਨਹੀਂ ਕੀਤੀ, ਤਾਂ ਏਦੂ ਚੰਗਾ ਸੀ ਤੂੰ ਨਮਾਜ਼ ਨਾ ਕਰਦਾ। ਨਿੰਦਾ ਤੋਂ ਬਚਿਆ ਰਹਿੰਦਾ, ਹੰਕਾਰ ਤੋਂ ਬਚਿਆ ਰਹਿੰਦਾ ਕਿ ਮੈਂ ਨਮਾਜ਼ ਕਰ ਲਈ ਹੈ, ਦੂਜਿਆਂ ਦੇ ਔਗਣ ਦੇਖਣ ਤੋਂ ਬਚਿਆ ਰਹਿੰਦਾ। ਔਰ ਇਹ ਗੱਲ ਦੁਨੀਆ ਦੇ ਕਿਸੇ ਵੀ ਧਰਮ 'ਚ ਸੱਚ ਹੈ। ਜਿਹੜਾ ਬੰਦਾ ਹਉਮੈ ਦੇ ਹੰਕਾਰ ਵਿੱਚ ਫਸਿਆ ਹੋਵੇਗਾ, ਜਿਹੜਾ ਬੰਦਾ ਨਿੰਦਾ 'ਚ ਫਸਿਆ ਹੋਵੇਗਾ, ਜਿਹੜਾ ਬੰਦਾ ਚੁਗਲੀ 'ਚ ਫਸਿਆ ਹੋਵੇਗਾ, ਜਿਹੜਾ ਬੰਦਾ ਈਰਖਾ 'ਚ ਫਸਿਆ ਹੋਵੇਗਾ, ਉਹਦਾ ਪਾਰ ਉਤਾਰਾ ਨਹੀਂ ਹੋਣਾ। ਸੋ ਸਿੱਖ ਨੂੰ ਇਸ ਪੱਖੋਂ ਬਹੁਤ ਚਤੰਨ ਰਹਿਣ ਦੀ ਲੋੜ ਹੈ, ਬਹੁਤ ਚਤੰਨ ਰਹਿਣ ਦੀ ਲੋੜ ਹੈ। ਗੁਰੂ ਰਾਮਦਾਸ ਪਾਤਸ਼ਾਹ ਨੇ ਕਿਹਾ, ਜਿਸ ਅੰਦਰ ਚੁਗਲੀ ਚੁਗਲੋ ਵੱਜੇ, ਕੀਤਾ ਕਰਤਾ ਉਸ ਦਾ ਸਭ ਗਿਆ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਭਿਆ। ਕਿਸੇ ਦੀ ਚੁਗਲੀ ਕਰਕੇ ਆਪਣਾ ਮੂੰਹ ਕਾਲਾ ਕਰਾਉਣ ਵਾਲੀ ਗੱਲ ਹੁੰਦੀ ਹੈ। ਤੁਸੀਂ ਉਹਦੇ ਪਾਪ ਦੇ ਆਪ ਭਾਗੀ ਬਣ ਜਾਂਦੇ ਆ। ਸੋ ਬਚਨ ਦੀ ਲੋੜ ਹੈ, ਬਚਨ ਦੀ ਲੋੜ ਹੈ। ਭਾਈ ਦੇਸਾ ਸਿੰਘ ਦਾ ਹਜ਼ੂਰੀ ਰਹਿਤਨਾਮਾ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਕਵੀਆਂ ਵਿੱਚੋਂ ਹੋਏ ਨੇ। ਕਲਗੀਧਰ ਪਾਤਸ਼ਾਹ ਨੇ ਜੋ ਹਦਾਇਤਾਂ ਦਿੱਤੀਆਂ ਉਸ ਹਿਸਾਬ ਨਾਲ ਉਹਨਾਂ ਨੇ ਲਿਖਿਆ, ਤੇ ਉਹ ਕਹਿੰਦੇ ਬਾਣੀ ਮਾਹੇ ਨੇਮ ਕਰਨੋ, ਕਿ ਗੁਰਬਾਣੀ ਪੜ੍ਹਨ ਦਾ ਨਿਤਨੇਮ ਦਾ ਨੇਮ ਸਿੱਖ ਨੇ ਪੱਕਾ ਕਰਨਾ ਆ। ਬਾਣੀ ਮਾਹੇ ਨੇਮ ਕਰਨੋ, ਚੁਗਲੀ ਅਰ ਨਿੰਦਾ ਪਰ ਹਰਨੋ, ਚੁਗਲੀ ਤੇ ਨਿੰਦਾ ਜਿਹੜੀ ਉਹ ਤਿਆਗ ਦੇਣੀ ਹੈ।
ਬਾਣੀ 'ਚ ਤੁਹਾਡਾ ਨੇਮ ਪੱਕਾ ਹੋਵੇ, ਨਿਤਨੇਮ ਦਾ ਤੁਹਾਡਾ ਨੇਮ ਪੱਕਾ ਹੋਵੇ, ਤੁਸੀਂ ਸਵੇਰੇ ਤੇ ਸ਼ਾਮ ਨਿਤਨੇਮ ਪੱਕਾ ਕਰਦੇ ਹੋਵੋ, ਬੈਠਦੇ ਹੋਵੋ, ਸਿਰਫ ਇੰਨੀ ਗੱਲ, ਹੋਰ ਵੱਡੀ ਗੱਲ ਕੋਈ ਨਹੀਂ ਕਹੀ। ਚੁਗਲੀ ਅਰ ਨਿੰਦਾ ਪਰ ਹਰਨੋ, ਨਿੰਦਾ ਤੇ ਚੁਗਲੀ ਦਾ ਤੁਸੀਂ ਤਿਆਗ ਕੀਤਾ ਹੋਵੇ ਤੇ ਸਤਿਗੁਰੂ ਕਹਿੰਦੇ ਮੈਂ ਜ਼ਿੰਮੇਵਾਰੀ ਲੈਣਾ, ਤੇਰਾ ਪਾਰ ਉਤਾਰਾ ਹੋਏਗਾ। ਕਿੱਡੀ ਵੱਡੀ ਗੱਲ ਹੈ। ਇੱਕ ਤੁਸੀਂ ਨਿਤਨੇਮ ਦੇ ਪੱਕੇ ਹੋਵੋ, ਦੂਜਾ ਤੁਸੀਂ ਕਿਸੇ ਦੀ ਨਿੰਦਾ ਤੇ ਚੁਗਲੀ ਨਾ ਕਰਦੇ ਹੋਵੋ, ਤੇ ਸਤਿਗੁਰੂ ਕਹਿੰਦੇ ਮੈਂ ਜਾਮ ਲੈਣਾ, ਤੇਰਾ ਪਾਰ ਉਤਾਰਾ ਹੋਏਗਾ ਹੀ ਹੋਏਗਾ। ਤਨਖਾਹਨਾਮਾ ਦੇ ਵਿੱਚ ਭਾਈ ਨੰਦ ਲਾਲ ਜੀ ਨੇ ਆਖਿਆ ਕਿ ਚੁਗਲੀ ਕਰ ਜੋ ਕਾਜ ਬਗਾਰੇ, ਤ੍ਰਿਗ ਤਿਸ ਜਨਮ ਸੋ ਧਰਮ ਵਸਾਰੇ। ਜਿਹੜਾ ਚੁਗਲੀ ਕਰਕੇ ਕਿਸੇ ਦਾ ਕਾਜ ਵਿਗਾੜਦਾ ਹੈ ਨਾ, ਕਿਸੇ ਦਾ, ਤ੍ਰਿਗ ਤਿਸ ਜਨਮ ਸੋ ਧਰਮ ਵਸਾਰੇ, ਉਹਦਾ ਤ੍ਰਿਗ ਹੈ, ਉਹਦਾ ਜਨਮਿਆ, ਉਹਦਾ ਸਾਰਾ ਧਰਮ ਤੋਂ ਵਿਛੜ ਗਿਆ, ਧਰਮਾਂ ਤੋਂ ਦੂਰ ਚਲੇ ਗਿਆ। ਇਹ ਗੱਲ ਭਾਈ ਨੰਦ ਲਾਲ ਜੀ ਨੇ ਰਹਿਤਨਾਮੇ 'ਚ ਕਹੀ ਹੈ, ਤੇ ਉਹਨਾਂ ਨੇ ਤਨਖਾਹਨਾਮਾ ਵੀ ਲਿਖਿਆ। ਉਹ ਤਨਖਾਹਨਾਮੇ 'ਚ ਕਹਿੰਦੇ ਖਾਲਸਾ ਹੈ ਹੀ, ਖਾਲਸੇ ਦੀ ਡੈਫੀਨੇਸ਼ਨ ਕੀ ਆ? ਖਾਲਸਾ ਸੋ ਜੋ ਨਿੰਦਾ ਤਿਆਗੇ, ਬਾਕੀ ਗੁਣਾਂ ਦੇ ਨਾਲ ਨਾਲ ਜਿਹੜਾ ਨਿੰਦਾ ਦਾ ਤਿਆਗ ਕਰਦੇ ਉਹ ਵੀ ਖਾਲਸਾ ਹੀ ਆ। ਔਰ ਜੇ ਸਾਰੇ ਗੁਣ ਧਾਰਨ ਕੀਤੇ ਹੋਇਆ, ਬਾਕੀ ਸਾਰੇ ਗੁਣ ਨੇ, ਬਾਣੀ ਵੀ ਹੈ, ਬਾਣਾ ਵੀ ਹੈ, ਬਾਕੀ ਸਾਰੇ ਗੁਣ ਨੇ, ਪਰ ਜਦੋਂ ਨਿੰਦਾ ਕਰ ਦਿੱਤੀ ਤੇ ਫਿਰ ਖਾਲਸਾ ਨਹੀਂ ਰਹਿਣਾ। ਖਾਲਸਾ ਸੋ ਜੋ ਨਿੰਦਾ ਤਿਆਗੇ, ਕਿਉਂਕਿ ਪਰਾਈ ਉਸਤਤ ਵੀ ਮਾੜੀ ਤੇ ਪਰਾਈ ਨਿੰਦਿਆ ਵੀ ਮਾੜੀ। ਕਿਸੇ ਗੱਲ ਵਧਾ ਕੇ ਕਹਿਣੀ ਉਹ ਵੀ ਮਾੜੀ, ਕਿਸੇ ਦੀ ਗੱਲ ਘਟਾ ਕੇ ਕਹਿਣੀ ਉਹ ਵੀ ਮਾੜੀ, ਕਿਸੇ ਨੂੰ ਮਾੜਾ ਕਹਿਣਾ ਉਹ ਵੀ ਮਾੜਾ। ਇਸ ਕਰਕੇ ਇਸ ਗੱਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਪਰ ਸਤਿਗੁਰੂ ਨਾਲ ਨਾਲ ਚੇਤਾਵਨੀ ਦਿੰਦੇ ਨੇ ਕਿ ਨਿੰਦਾ ਤੋਂ ਬਚਿਆ ਹੋਇਆ ਮਨੁੱਖ ਹੀ ਗੁਰੂ ਕਾ ਸਿੱਖ ਹੋ ਸਕਦਾ ਹੈ। ਸਤਿਗੁਰੂ ਦਾ ਬਚਨ ਹੈ, 21ਵਾਂ ਬਚਨ ਹੈ, ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।